जियो मैं मूरख की केतक बात है, कूट पराधी तरियारे। गुरु नानक जिन सुनिया पेखिया, से फिर गर्भास ना परियारे। मैं गरीब सच टेक तूं, मेरे सतगुर पूरे। देख तुम्हारा दर्शनों, मेरा मन धीरे। बेशुमार अथाह अगणित अतुल, ज्यों बुलावो त्यों नानक दास बोले। ज्यों बुलावो त्यों नानक दास बोले। वाहेगुरु साहिब जी। पूरन पूर रहे दयाल, सब ऊपर होवत किरपाल। पूरन पूर रहे दयाल, सब ऊपर होवत किरपाल। अपने करतब जाने आप, अंतर्जामी रहो व्याप। प्रतपालै जियन बहु भांत, जो जो रचयो सो तिसैं त्यात। जिस भावै तिस लय मिलाए, भगत करें हर के गुण गाए। मन अंतर विश्वास कर मानिया, करन हार नानक इक जानिया। मन अंतर विश्वास कर मानिया, करन हार नानक इक जानिया। वाहिगुरु जी का खालसा, वाहिगुरु जी की फतेह। जुगो जुग अटल।
ਚਬਰ ਤਖਤ ਦੇ ਮਾਲਕ, ਗਿਆਨ ਦੇ ਦਾਤੇ, ਜਗਤ ਦੇ ਗੁਰੂ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਬਹੁਤ ਹੀ ਚੰਗੇ ਭਾਗ ਹਨ ਸਾਡੇ। ਬਹੁਤ ਹੀ ਬਖਸ਼ਿਸ਼ ਕੀਤੀ ਹੈ ਦਾਤਾ ਜੀ ਨੇ, ਜੋ ਆਪਾਂ ਸਤ ਸੰਗਤ ਵਿੱਚ ਆ ਕੇ ਬੈਠ ਸਕੇ ਹਾਂ। ਅਕਾਲ ਪੁਰਖ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਬਹੁਤ ਹੀ ਧੰਨਵਾਦ ਹੈ। ਤੇ ਅਰਦਾਸ ਹੈ ਸਤਿਗੁਰੂ ਜੀ ਬਖਸ਼ਿਸ਼ ਕਰੀ ਰੱਖਣਾ, ਸਾਧ ਸੰਗਤ ਵਿੱਚ ਬੈਠਣ ਦਾ ਲਾਭ ਅਸੀਂ ਪ੍ਰਾਪਤ ਕਰ ਸਕੀਏ। ਗੁਰੂ ਕੀ ਮੱਤ ਸਾਡੇ ਹਿਰਦੇ 'ਚ ਵਸ ਜਾਏ, ਪ੍ਰਭੂ ਚਰਨਾਂ ਨਾਲ ਧਿਆਨ ਜੁੜ ਜਾਏ ਸਾਡਾ। ਆਓ ਜੀ ਸਤ ਸੰਗਤ ਦਾ ਲਾਹਾ ਲੈਂਦਿਆਂ ਹੋਇਆਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਸ਼ਰਵਣ ਕਰੀਏ ਜੀ। ਬਖਸ਼ਿਸ਼ ਕਰਨ ਸਤਿਗੁਰੂ ਜੀ ਕਿ ਅੱਜ ਦੀ ਸ਼ਬਦ ਦੀ ਵਿਚਾਰ ਆਪ ਸਾਧ ਸੰਗਤ ਜੀ ਨਾਲ ਸੌਖੇ ਸ਼ਬਦਾਂ 'ਚ ਹੋ ਸਕੇ। ਮਨੋਬ੍ਰਿਤੀਆਂ ਨੂੰ ਕਰੀਏ ਇਕਾਗਰ, ਧਿਆਨ ਪ੍ਰਭੂ ਜੀ ਵੱਲ ਜੋੜਦੇ ਹੋਏ ਜੀਵਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਲਈ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਲੜੀਵਾਰ ਸ਼ਬਦ ਵਿਚਾਰ ਸੁਖਮਣੀ ਸਾਹਿਬ ਬਾਣੀ ਵਿੱਚੋਂ, ਜੋ ਕਿ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 292 ਤੇ 22ਵੀਂ ਅਸ਼ਟਪਦੀ ਦੀ ਤੀਜੀ ਪੌੜੀ ਦੀ ਅੱਜ ਵਿਚਾਰ ਹੈ ਜੀ। ਜਿਵੇਂ ਕਿ ਇਸ ਅਸ਼ਟਪਦੀ ਦੇ ਸ਼ਲੋਕ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਇਹ ਬਚਨ ਸਮਝਾ ਦਿੱਤੇ, ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਜੀਵਾਂ ਜੰਤੂਆਂ ਦੇ ਮਾਲਕਾ, ਤੂੰ ਆਪ ਹੀ ਸਾਰੇ ਪਾਸੇ ਸਾਰਿਆਂ ਵਿੱਚ ਵਰਤ ਰਿਹਾ ਹੈ, ਆਪੇ ਵਰਤਨਹਾਰ। ਤੂੰ ਇੱਕ ਹੀ ਹੈ ਜਿਸ ਦਾ ਪਸਾਰਾ ਚਾਰੇ ਪਾਸੇ ਹੈ, ਨਾਨਕ ਏਕੋ ਪਸਰਿਆ। ਨਾਲ ਹੀ ਇੱਕ ਬਚਨ ਕਹਿ ਦਿੱਤੇ, ਦੂਜਾ ਕਹਿ ਦ੍ਰਿਸ਼ਟਾਰ। ਦੂਜਾ ਕਿੱਥੇ ਦੀਦਾ, ਮਤਲਬ ਦੂਜਾ ਕਿੱਥੇ ਦੀਦਾ, ਕਹਿ ਦ੍ਰਿਸ਼ਟਾਰ। ਦੂਜਾ ਤੇ ਹੋਰ ਕੋਈ ਹੈ ਹੀ ਨਹੀਂ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਉਹ ਇੱਕ ਹੀ ਹੈ। ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਦੇਣ ਵਾਲਾ, ਭਾਵੇਂ ਖਾਣਾ ਹੋਵੇ ਤੇ ਭਾਵੇਂ ਪਹਿਨਣਾ ਹੋਵੇ, ਸਾਰਿਆਂ ਦੇ ਵਿੱਚ ਵਸਣ ਵਾਲਾ ਇੱਕ ਹੀ ਹੈ। ਅੱਜ ਜਿਸ ਪਦੇ ਦੀ ਵਿਚਾਰ ਹੈ, ਇਸ ਪਦੇ ਦੀ ਪਹਿਲੀਆਂ ਹੀ ਪੰਕਤੀਆਂ ਵਿੱਚ ਵੀ ਗੁਰੂ ਸਾਹਿਬ ਜੀ ਨੇ ਇਹੀ ਬਚਨ ਕੀਤੇ, ਪੂਰਨ ਪੂਰ ਰਹੇ ਦਇਆਲ, ਸਭ ਉੱਪਰ ਹੋਵਤ ਕਿਰਪਾਲ। ਦਇਆ ਕਰਨ ਵਾਲੇ, ਦਇਆ ਦੇ ਘਰ ਦਿਆਲੂ ਅਕਾਲ ਪੁਰਖ ਪਰਮਾਤਮਾ ਜੀ
ਪੂਰਨ ਪੂਰ ਰਹੇ, ਪੂਰਨ ਤੌਰ ਤੇ ਸਾਰਿਆਂ ਵਿੱਚ ਵਸੇ ਹੋਏ। ਇੱਕ ਤੇ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਪਰਮਾਤਮਾ ਪੂਰਨ ਤੌਰ ਤੇ ਸਾਰਿਆਂ 'ਚ ਵਸਿਆ ਹੋਇਆ, ਪੂਰਨ ਤੌਰ ਤੇ ਕਣ ਕਣ ਵਿੱਚ ਜਿੱਥੇ ਵੀ ਵਸਿਆ ਪੂਰਨ ਤੌਰ ਤੇ ਵਸਿਆ ਹੋਇਆ, ਅਧੂਰਾ ਨਹੀਂ ਹੈ, ਘੱਟ ਵੱਧ ਨਹੀਂ ਹੈ। ਕਈ ਵਾਰ ਸਾਡੇ ਮਨਾਂ ਦੇ ਅੰਦਰ ਇਸ ਤਰ੍ਹਾਂ ਦਾ ਖਿਆਲ ਆ ਜਾਂਦਾ ਹੈ, ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਕਿ ਜਿਹੜਾ ਸਿਮਰਨ ਕਰਦਾ ਹੈ, ਭਜਨ ਬੰਦਗੀ ਕਰਦਾ ਹੈ, ਅਕਾਲ ਪੁਰਖ ਦੀ ਉਸਤਤ ਵਿੱਚ ਦਿਨ ਰਾਤ ਜੁੜਿਆ ਹੋਇਆ ਹੈ, ਜਿਸ ਮਨੁੱਖ ਅਤੇ ਅਕਾਲ ਪੁਰਖ ਵਿੱਚ ਭੇਦ ਭਾਵ ਹੀ ਕੋਈ ਨਹੀਂ ਰਹਿ ਗਿਆ, ਵੀ ਉਹਦੇ ਵਿੱਚ ਪਰਮਾਤਮਾ ਬਹੁਤ ਜ਼ਿਆਦਾ ਵਸਦਾ ਹੈ, ਪੂਰਨ ਤੌਰ ਤੇ ਵਸਦਾ ਹੈ। ਤੇ ਦੂਜੇ ਪਾਸੇ ਸਾਡੇ ਮਨਾਂ 'ਚ ਇਹ ਖਿਆਲ ਆ ਜਾਂਦਾ ਹੈ ਕਿ ਇੱਕ ਸ਼ਰਾਬੀ, ਕਬਾਬੀ, ਨਸ਼ਈ, ਦਿਨ ਰਾਤ ਵਿਕਾਰ ਕਰਨ ਵਾਲਾ, ਦਿਨ ਰਾਤ ਅਕਾਲ ਪੁਰਖ ਨੂੰ ਹੀ ਬੁਰਾ ਭਲਾ ਕਹਿਣ ਵਾਲਾ, ਇਹੋ ਜਿਹੇ ਪ੍ਰਾਣੀ ਦੇ ਰੱਬ ਕਿੱਥੇ ਨੇੜੇ, ਇਹ ਸਾਡੇ ਮਨਾਂ ਦੇ ਵਿਚਾਰ ਆ ਜਾਂਦੇ ਆ। ਮਤਲਬ ਇਹੋ ਜਿਹੇ ਮਨੁੱਖਾਂ ਦੇ ਕੋਲ ਵੀ ਰੱਬ ਨਹੀਂ, ਅੰਦਰ ਹੋਣਾ ਤੇ ਬਾਅਦ ਦੀ ਗੱਲ ਹੈ। ਅਸੀਂ ਇਹ ਸੋਚਦੇ ਹਾਂ, ਪਰ ਗਲਤ ਸੋਚਦੇ ਹਾਂ, ਬਿਲਕੁਲ ਗਲਤ ਸੋਚਦੇ ਹਾਂ। ਪ੍ਰਭੂ ਜੀ ਨੇ, ਅਕਾਲ ਪੁਰਖ ਜੀ ਨੇ ਜਿਹੜੀ ਖੇਡ ਵਰਤਾਈ ਹੋਈ ਹੈ, ਉਸ ਖੇਡ ਵਿੱਚ ਆਪਣੀ ਉਸਨੇ ਹਰ ਕਣ ਵਿੱਚ ਬਰਾਬਰਤਾ ਰੱਖੀ ਹੈ, ਹਰ ਜੀਵ ਵਿੱਚ ਬਰਾਬਰਤਾ ਰੱਖੀ ਹੈ। ਜੇ ਇੱਕ ਸਿਮਰਨ ਭਜਨ ਬੰਦਗੀ ਕਰਨ ਵਾਲੇ ਵਿੱਚ ਪਰਮਾਤਮਾ ਪੂਰਨ ਤੌਰ ਤੇ ਵਸਦਾ ਹੈ, ਤੇ ਇੱਕ ਸ਼ਰਾਬੀ, ਕਬਾਬੀ, ਨਸ਼ਈ ਵਿੱਚ ਵੀ ਪਰਮਾਤਮਾ ਪੂਰਨ ਤੌਰ ਤੇ ਵਸਦਾ ਹੈ। ਹਰ ਰੋਜ਼ ਇਹ ਬਚਨ ਸੋਦਰ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਦਾਤਾ ਤੂੰ ਘਟ ਘਟ ਦੇ ਅੰਦਰ ਹੈ, ਸਭ ਦੇ ਅੰਦਰ ਵਸਦਾ ਹੈ, ਤੇ ਸਭ ਦੇ ਅੰਦਰ ਨਿਰੰਤਰ ਵਸਦਾ ਹੈ। ਸਰਬ ਨਿਰੰਤਰ, ਨਿਰੰਤਰ ਦਾ ਮਤਲਬ ਹੁੰਦਾ ਹੈ ਨਿਰ ਅੰਤਰ, ਬਿਨਾ ਕਿਸੇ ਅੰਤਰ ਦੇ। ਤੇ ਅੰਤਰ ਨੂੰ ਆਪਾਂ ਫਰਕ ਕਹਿ ਲਈਏ, ਬਿਨਾ ਕਿਸੇ ਫਰਕ ਦੇ। ਇਹ ਨਹੀਂ ਕਿ ਇੱਕ ਜੀਵ ਵਿੱਚ 60% ਹੈ ਤੇ ਦੂਜੇ ਜੀਵ ਵਿੱਚ 40% ਹੈ, ਇੱਕ 'ਚ ਜੀਵ 80, ਅਕਾਲ ਪੁਰਖ 80% ਵਸਦਾ ਹੈ ਤੇ ਦੂਜੇ ਜੀਵ ਵਿੱਚ ਕਿਤੇ 20% ਵਸਦਾ ਹੋਵੇ, ਇਹ ਨਹੀਂ ਹੈ। ਜੇ ਇੱਕ ਵਿੱਚ 100% ਹੈ ਤਾਂ ਦੂਜੇ ਵਿੱਚ ਵੀ 100% ਹੈ, ਅਧੂਰਾ ਤੇ ਉਹ ਹੈ ਹੀ ਨਹੀਂ। ਉਹ ਤੇ 100% ਹੈ, ਪੂਰਨ ਹੈ, ਸੰਪੂਰਨ ਹੈ, ਤੇ ਸੰਪੂਰਨ ਹੀ ਸਾਰਿਆਂ ਵਿੱਚ ਵਸਦਾ ਹੈ, ਸੰਪੂਰਨ। ਅਕਾਲ ਪੁਰਖ ਦੀ ਇਹ ਖੇਡ ਭਗਤੀ ਸਿਮਰਨ ਕਰਨ ਵਾਲਿਆਂ ਨੂੰ ਸਮਝ ਆ ਜਾਂਦੀ ਹੈ, ਜਿਹੜਾ ਫਰਕ ਹੈ, ਜਿਸ ਕਰਕੇ ਸਾਡੇ ਮਨਾਂ 'ਚ ਖਿਆਲ ਆਇਆ ਵੀ ਸ਼ਰਾਬੀ, ਕਬਾਬੀ ਦੇ ਵਿੱਚ, ਨਸ਼ਈ ਦੇ ਵਿੱਚ, ਵਿਕਾਰੀ ਦੇ ਵਿੱਚ ਪਰਮਾਤਮਾ ਵਸਦਾ ਹੀ ਨਹੀਂ, ਜਾਂ ਘੱਟ ਵਸਦਾ ਜਾਂ ਦੂਰ ਹੁੰਦਾ। ਕਿਉਂ ਸਾਡੇ ਮਨਾਂ 'ਚ ਖਿਆਲ ਆ ਗਏ? ਕਿਉਂਕਿ ਭਗਤੀ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ ਪ੍ਰਾਣੀ ਉਸ ਅਕਾਲ ਪੁਰਖ ਨੂੰ ਨੇੜੇ ਸਮਝਦਾ ਹੈ, ਉਹਨੂੰ ਸੋਝੀ ਆ ਗਈ ਹੈ, ਉਹਨੂੰ ਗਿਆਨ ਆ ਗਿਆ ਕਿ ਮੇਰੇ ਅੰਦਰ ਵੀ ਤੇ ਮੇਰੇ ਬਾਹਰ ਵੀ ਉਹ ਅਕਾਲ ਪੁਰਖ ਵਸ ਰਿਹਾ ਹੈ। ਭਗਤੀ ਕਰਨ ਵਾਲੇ ਨੂੰ ਇਹ ਸੋਝੀ ਆ ਗਈ, ਗਿਆਨ ਆ ਗਿਆ, ਉਸਨੇ ਅਕਾਲ ਪੁਰਖ ਨੂੰ ਵੇਖ ਲਿਆ। ਇਸ ਕਰਕੇ ਉਸ ਨੂੰ ਪਤਾ ਕਿ ਮੇਰੇ ਅੰਦਰ ਵੀ, ਮੇਰੇ ਬਾਹਰ ਵੀ, ਚਾਰੇ ਪਾਸੇ ਕਣ ਕਣ ਵਿੱਚ ਉਸ ਅਕਾਲ ਪੁਰਖ ਦੀ ਹੋਂਦ ਪੂਰਨ ਤੌਰ ਤੇ ਹੈ। ਤੇ ਜਿਹੜਾ ਨਸ਼ਈ ਹੈ, ਜਿਹੜਾ ਸ਼ਰਾਬੀ, ਕਬਾਬੀ ਹੈ, ਉਸ ਨੂੰ ਸਮਝ ਹੀ ਨਹੀਂ ਆਈ ਹਜੇ। ਰੱਬ ਤੇ ਉਹਦੇ ਅੰਦਰ ਹੈ, ਲੇਕਿਨ ਉਹਨੂੰ ਸਮਝ ਹੀ ਨਹੀਂ ਆਈ ਹਜੇ ਕਿ ਮੇਰੇ ਅੰਦਰ ਅਕਾਲ ਪੁਰਖ ਹੈ, ਪੂਰਨ ਤੌਰ ਤੇ ਹੈ। ਬਾਹਰ ਚਾਰੇ ਪਾਸੇ ਅਕਾਲ ਪੁਰਖ ਹੈ, ਪੂਰਨ ਤੌਰ ਤੇ ਹੈ, ਇਹ ਸਮਝ ਹੀ ਨਹੀਂ ਆਈ। ਅਗਲੀ ਗੱਲ ਕਿ ਜੇ ਸਾਰਿਆਂ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ ਤੇ ਉਹ ਕਿਰਪਾਲੂ ਵੀ ਸਭ ਤੇ ਹੁੰਦਾ ਹੈ, ਸਾਰਿਆਂ ਤੇ ਆਪ ਕਿਰਪਾ ਕਰਦਾ ਹੈ, ਆਪ ਬਖਸ਼ਿਸ਼ ਕਰਦਾ ਹੈ, ਤੇ ਉਸ ਤੋਂ ਬਿਨਾਂ ਬਖਸ਼ਿਸ਼ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਹੈ।
ਹੋਰ ਕੋਈ ਦੂਜਾ ਨਹੀਂ ਹੈ, ਇੱਕ ਹੀ ਹੈ, ਇੱਕ ਅਕਾਲ ਪੁਰਖ। ਜਿਹੜੇ ਬਚਨ ਸ਼ਲੋਕ ਵਿੱਚ ਪੜ੍ਹੇ ਕਿ ਦੂਜਾ ਕਹਿ ਦ੍ਰਿਸ਼ਟਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਦੂਜਾ ਕਿੱਥੇ ਹੈ, ਦੂਜਾ ਕਿੱਧਰ ਦੀਦਾ, ਦੂਜਾ ਹੈ ਹੀ ਨਹੀਂ ਹੈ। ਪਰ ਕੁਝ ਅਨਮਤੀ ਲੋਕਾਂ ਨੇ ਆਮ ਸੰਸਾਰੀ ਲੋਕਾਂ ਦੇ ਵਿੱਚ ਇਹੋ ਜਿਹੇ ਵਹਿਮ ਪਾ ਦਿੱਤੇ, ਇਹੋ ਜਿਹੇ ਭੁਲੇਖੇ ਖੜੇ ਕਰ ਦਿੱਤੇ ਕਿ ਅਕਾਲ ਪੁਰਖ ਦੇ ਸ਼ਰੀਕ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਕਿ ਆਹ ਪੈਦਾ ਕਰਨ ਵਾਲਾ ਹੈ, ਦੂਸਰੇ ਨੂੰ ਕਹਿ ਦਿੱਤਾ ਇਹ ਪਾਲਣਾ ਕਰਨ ਵਾਲਾ ਹੈ, ਤੇ ਤੀਸਰੇ ਨੂੰ ਕਹਿ ਦਿੱਤਾ ਕਿ ਮਰਨ ਤੋਂ ਬਾਅਦ ਇਹ ਲੇਖਾ ਜੋਖਾ ਕਰਨ ਵਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਾਡੇ ਅੰਦਰੋਂ, ਆਮ ਲੋਕਾਈ ਦੇ ਅੰਦਰੋਂ ਇਹ ਵਹਿਮ ਕੱਢਿਆ, ਇਹ ਭੁਲੇਖਾ, ਇਹ ਭਰਮ ਕੱਢਿਆ, ਤੇ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਉਪਦੇਸ਼ ਦੇ ਦਿੱਤਾ। ਪੜ੍ਹਦੇ ਹਾਂ ਬਾਣੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਹਿੰਦੂ ਮਤ ਵਿੱਚ ਆ ਮੰਨਿਆ ਜਾਂਦਾ ਹੈ ਭਾਈ, ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੱਸਦੇ ਹਨ, ਇਹ ਮੰਨਿਆ ਜਾਂਦਾ ਹੈ ਤਿੰਨ ਚੇਲੇ ਹਨ ਪਰਮਾਤਮਾ ਦੇ, ਜਿਨ੍ਹਾਂ ਵਿੱਚੋਂ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਮੰਨਦੇ ਹਨ ਇੱਕ ਸੰਸਾਰੀ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ, ਦੂਜਾ ਭੰਡਾਰੀ ਹੈ, ਭੰਡਾਰੇ ਵੰਡਣ ਵਾਲਾ, ਤੇ ਤੀਜਾ ਦੀਵਾਨ ਲਾਂਦਾ ਹੈ, ਦਰਬਾਰ ਲਾਂਦਾ ਹੈ। ਜਦੋਂ ਇਸ ਸੰਸਾਰ ਤੋਂ ਮਰਨ ਤੋਂ ਬਾਅਦ ਜੀਵ ਜਾਂਦੇ ਹੈ, ਦਰਬਾਰ ਲਾ ਕੇ ਸਭ ਦਾ ਲੇਖਾ ਜੋਖਾ ਕਰਦਾ ਹੈ। ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੀ ਇਹ ਗੱਲ ਕਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਕੀ ਖਿਆਲ ਦਿੱਤਾ? ਇਹ ਤੇ ਗੱਲ ਕੀਤੀ ਨਾ ਕਿ ਉਹਨਾਂ ਦਾ ਇਹ ਮੰਨਣਾ ਹੈ, ਉਹਨਾਂ ਦੀ ਇਹ ਵਿਚਾਰ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਕੀ ਖਿਆਲ ਦਿੱਤਾ? ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਭਾਈ ਅਸਲ ਗੱਲ ਇਹ ਹੈ ਸੰਸਾਰ ਦੇ ਲੋਕੋ ਕਿ ਪਰਮਾਤਮਾ ਇੱਕ ਹੀ ਹੈ, ਅਕਾਲ ਪੁਰਖ ਇੱਕ ਹੀ ਹੈ, ਤੇ ਉਸ ਇੱਕ ਨੂੰ ਜਿਵੇਂ ਪਾਉਂਦਾ ਤਿਵੇਂ ਉਹ ਸਾਰੇ ਸੰਸਾਰ ਨੂੰ ਚਲਾਉਂਦਾ। ਜਿਵੇਂ ਉਹਦਾ ਫਰਮਾਨ ਹੁੰਦਾ, ਉਹਦਾ ਹੁਕਮ ਹੁੰਦਾ, ਉਹਦਾ ਹੁਕਮ ਹੀ ਚਾਰੇ ਪਾਸੇ ਵਰਤਦਾ। ਤੇ ਆ ਜਿਨ੍ਹਾਂ ਤਿੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਵੇਖੈ ਇਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਧਾਨ। ਇਹਨਾਂ ਬਾਰੇ ਤਾਂ ਇਹ ਗੱਲ ਹੈ ਕਿ ਅਕਾਲ ਪੁਰਖ ਇਹਨਾਂ ਨੂੰ ਵੇਖ ਰਿਹਾ, ਇਹਨਾਂ ਨੂੰ ਤਾਂ ਅਕਾਲ ਪੁਰਖ ਨਜ਼ਰ ਵੀ ਨਹੀਂ ਆਉਂਦਾ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ। ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਨਹੀਂ ਹੈ ਕਿ ਕਿਸੇ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਵਿਰੋਧਤਾ ਕਰਨਾ। ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਸਾਰੇ ਸੰਸਾਰ ਨੂੰ ਇੱਕ ਤੋਂ ਜਾਣੂ ਕਰਾਉਣਾ, ਇੱਕ ਨਾਲ ਜੋੜਨਾ, ਇੱਕ ਦੀ ਵਡਿਆਈਆਂ ਦੱਸਣੀਆਂ। ਤੇ ਇੱਕ ਦੀ ਵਡਿਆਈ ਦੱਸਣ ਦੀ ਲੋੜ ਕਿਉਂ ਪਈ, ਇਹ ਗੱਲ ਸਮਝਣਾ ਬਹੁਤ ਜ਼ਰੂਰੀ ਹੈ। ਸਾਡੇ ਮਨਾਂ ਦੇ ਅੰਦਰ ਇਹੋ ਜਿਹੇ ਖਿਆਲ ਭਰ ਦਿੱਤੇ ਕੁਝ ਅਨਮਤੀਆਂ ਨੇ ਕਿ ਇੱਕ ਨੂੰ ਤਾਂ ਭੁਲਾ ਹੀ ਦਿੱਤਾ, ਇੱਕ ਨੂੰ ਭੁਲਾ ਕੇ ਪਤਾ ਨਹੀਂ ਕਿਤਨੇ ਦੇਵੀ ਦੇਵਤਿਆਂ ਦੇ ਨਾਲ ਜੋੜ ਦਿੱਤਾ, ਤੇ ਹਰੇਕ ਦੇਵਤੇ ਦੇ ਨਾਲ, ਹਰੇਕ ਦੇਵੀ ਦੇ ਨਾਲ ਭਗਵਾਨ ਸ਼ਬਦ ਉਹਨਾਂ ਨੇ ਲਗਾ ਦਿੱਤਾ। ਤੇ ਸਾਡੇ ਮਨਾਂ ਦੇ ਅੰਦਰ ਇਹ ਖਿਆਲ ਬੈਠ ਗਿਆ ਕਿ ਇਹ ਵੀ ਭਗਵਾਨ ਹੈ, ਉਹ ਵੀ ਭਗਵਾਨ ਹੈ, ਉਹ ਵੀ ਭਗਵਾਨ ਹੈ, ਉਹ ਵੀ ਭਗਵਾਨ ਹੈ। 36 ਕਰੋੜ ਭਗਵਾਨ ਬਣਾ ਕੇ ਰੱਖ ਦਿੱਤੇ, 36 ਕਰੋੜ ਪਰਮੇਸ਼ਵਰ, 36 ਕਰੋੜ ਅਕਾਲ ਪੁਰਖ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਦੁਨੀਆ ਵਾਲਿਆਂ ਨੂੰ ਜੋ ਉਪਦੇਸ਼ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦਾ ਸਭ ਤੋਂ ਪਹਿਲਾ ਅੱਖਰ ਹੈ ਇੱਕ ਓੰਕਾਰ। ਓੰਗ ਦਾ ਮਤਲਬ ਪਰਮਾਤਮਾ, ਕਿ ਬਈ ਪਰਮਾਤਮਾ ਇੱਕ ਹੈ, ਪਰਮਾਤਮਾ ਵੱਖਰੇ ਵੱਖਰੇ ਨਹੀਂ, ਪਰਮਾਤਮਾ 2 3 4 ਸੈਂਕੜੇ ਹਜ਼ਾਰ ਜਾਂ ਲੱਖਾਂ ਕਰੋੜਾਂ ਨਹੀਂ, ਪਰਮਾਤਮਾ ਤੇ ਹੈ ਹੀ ਇੱਕ। ਅੱਜ ਸਾਨੂੰ ਖਾਸ ਕਰ ਸਿੱਖਾਂ ਨੂੰ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸਿੱਖਿਆ ਅਨੁਸਾਰ ਚੱਲਦਾ,
ਆਪਣੇ ਆਪ ਨੂੰ ਦਰਸਾਉਂਦੇ ਹਨ, ਲੋਕਾਂ ਨੂੰ ਕਹਿੰਦੇ ਹਨ। ਚਿਹਰਾ ਸਰੂਪ ਜਿਸ ਤੋਂ ਪਤਾ ਲੱਗ ਜਾਂਦਾ ਹੈ ਗੁਰੂ ਨਾਨਕ ਦਾ ਸਿੱਖ ਹੈ। ਸਾਨੂੰ ਸਾਰਿਆਂ ਨੂੰ ਘੱਟ ਤੋਂ ਘੱਟ ਇਹ ਤੇ ਚਾਹੀਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਤੇ ਬਹੁਤ ਹਨ, ਲੇਕਿਨ ਪਹਿਲੀ ਸਿੱਖਿਆ ਹੀ ਮੰਨ ਲਈਏ, ਪਹਿਲਾ ਅੱਖਰ ਹੀ ਸਮਝ ਲਈਏ, ਸ਼ੁਰੂਆਤ ਹੀ ਇੱਥੋਂ ਕਰ ਲਈਏ, ਹਿਰਦੇ ਵਿੱਚ ਬਿਲਕੁਲ ਦ੍ਰਿੜ ਕਰ ਲਈਏ ਇਹ ਗੱਲ ਕਿ ਅਸੀਂ ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ। ਪਰਮਾਤਮਾ ਇੱਕ ਹੈ, ਅਸੀਂ ਹੋਰ ਕਿਸੇ ਨੂੰ ਪਰਮਾਤਮਾ ਨਹੀਂ ਕਹਿ ਸਕਦੇ। ਧਿਆਨ ਦੇਣੀ ਉਹ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਲੋਕਾਂ ਨੇ ਪਰਮਾਤਮਾ ਕਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਕੌਤਕ, ਉਹਨਾਂ ਦੇ ਚੋਜ ਵੇਖ ਕੇ ਜਦੋਂ ਪਰਮਾਤਮਾ ਕਹਿਣਾ ਸ਼ੁਰੂ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਰੋਕਿਆ ਕਿ ਬਈ ਮੈਨੂੰ ਪਰਮਾਤਮਾ ਨਾ ਆਖੋ, ਪਰਮਾਤਮਾ ਤੇ ਇੱਕੋ ਹੀ ਹੈ। ਲੋਕ ਫਿਰ ਵੀ ਨਹੀਂ ਹਟੇ, ਨਹੀਂ ਹਟਦੇ ਲੋਕ। ਅਖੀਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਲੋਕਾਂ ਨੂੰ ਇੱਕੋ ਹੀ ਗੱਲ ਕਹਿ ਦਿੱਤੀ, ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਟ ਮੈਂ ਪਰ ਹੈ। ਜਿਹੜਾ ਮੈਨੂੰ ਪਰਮੇਸ਼ਰ ਆਖੇਗਾ ਨਰਕਾਂ ਨੂੰ ਜਾਏਗਾ।